ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜੀ ਆਇਆਂ ਨੂੰ। ਆਪਾਂ ਪਿਛਲੇ ਲੈਕਚਰ ਵਿੱਚ ਆਪਾਂ ਡਿਸਕਸ ਕੀਤਾ ਸੀ, ਚਰਚਾ ਕੀਤੀ ਸੀ ਰਿਸਰਚ ਡਿਜ਼ਾਈਨ ਕੀ ਹੁੰਦਾ ਹੈ, ਉਹਦੇ ਵੇਰੀਏਬਲਸ ਕਿਹੜੇ ਕਿਹੜੇ ਹੁੰਦੇ ਆ। ਆਪਾਂ ਦੋ ਵੇਰੀਏਬਲਸ ਡਿਸਕਸ ਕੀਤੇ ਸੀਗੇ, ਕੁਆਂਟੀਟੇਟਿਵ ਅਤੇ ਕੁਆਲਿਟੇਟਿਵ। ਹੁਣ ਆਪਾਂ ਦੂਜੇ ਪ੍ਰਕਾਰ ਦੇ ਵੇਰੀਏਬਲ ਦੀ ਚਰਚਾ ਕਰਾਂਗੇ ਜੋ ਰਿਸਰਚ ਡਿਜ਼ਾਈਨ ਲਈ, ਰਿਸਰਚ ਦੇ ਅਨੁਸੰਧਾਨ ਦੇ ਫਰੇਮਵਰਕ ਲਈ, ਆਊਟਲਾਈਨ ਦੇ ਲਈ ਬਹੁਤ ਜ਼ਰੂਰੀ ਹੈਗੇ। ਇੱਕ ਵੇਰੀਏਬਲ ਹੁੰਦਾ ਹੈ ਐਕਸਟ੍ਰੇਨੀਅਸ ਵੇਰੀਏਬਲ, ਜਿਹਨੂੰ ਆਪਾਂ ਇਦਾਂ ਆਖ ਸਕਦੇ ਆ ਜਿਹਦਾ ਬਾਹਰੀ ਵੇਰੀਏਬਲ ਹੁੰਦਾ ਹੈ। ਜਿਹਦਾ ਬਾਹਰੀ ਕੋਈ ਵੀ ਇਸ ਪ੍ਰਕਾਰ ਦਾ ਵੇਰੀਏਬਲ ਹੁੰਦਾ ਹੈ ਜੋ ਅਣਚਾਹਾ ਵੇਰੀਏਬਲ ਹੁੰਦਾ ਹੈ, ਜੋ ਆਪਣੀ ਰਿਸਰਚ ਨੂੰ, ਆਪਣੇ ਸਟੱਡੀ ਨੂੰ ਉਹਦਾ ਪ੍ਰਭਾਵ ਡਾਲ ਸਕਦਾ ਹੈ। ਆਪਾਂ ਕਹਿ ਸਕਦੇ ਉਦੋਂ ਉਹਨੂੰ ਇਨਫਲੂਐਂਸ ਕਰ ਸਕਦਾ ਹੈ। ਜਦੋਂ ਆਪਾਂ ਕੋਈ ਵੀ ਰਿਸਰਚ ਕਰ ਰਹੇ ਹਾਂ, ਕੋਈ ਵੀ ਸਟੱਡੀ ਕਰ ਰਹੇ ਹਾਂ, ਜਦੋਂ ਆਪਾਂ ਪੜਤਾਲ ਕਰਦੇ ਹਾਂ, ਕਿਸੇ ਵੀ ਟੌਪਿਕ ਦੀ ਪੜਤਾਲ ਕਰਦੇ ਹਾਂ, ਆਪਾਂ ਐਕਸਪੈਰੀਮੈਂਟ ਕਰਦੇ ਹਾਂ ਜਦੋਂ, ਤੋ ਕਈ ਪ੍ਰਕਾਰ ਦੇ ਅਣਚਾਹੇ ਵੇਰੀਏਬਲ ਹੁੰਦੇ ਹਨ ਜੋ ਸਾਡੀ ਰਿਸਰਚ ਦੇ ਉੱਤੇ ਪ੍ਰਭਾਵ ਡਾਲ ਸਕਦੇ ਆ। ਉਹ ਪ੍ਰਭਾਵ ਕਈ ਵਾਰੀ ਚੰਗੇ ਵੀ ਹੁੰਦੇ ਆ ਤੇ ਕਈ ਵਾਰੀ ਮਾੜੇ ਵੀ ਹੋ ਸਕਦੇ ਆ। ਤੋ ਆਪਾਂ ਇਹ ਕੋਸ਼ਿਸ਼ ਕਰਾਂਗੇ ਜੋ ਵੀ ਐਕਸਟ੍ਰੇਨੀਅਸ ਵੇਰੀਏਬਲ ਹੈ, ਜੋ ਵੀ ਬਾਹਰੀ ਵੇਰੀਏਬਲ ਹੈ, ਅਣਚਾਹੇ ਹੈਗੇ, ਤਾਂ ਆਪਾਂ ਉਹਨੂੰ ਕੰਟਰੋਲ ਕਰ ਸਕਦੇ ਆ। ਉਦਾਹਰਨ ਦੇ ਤੌਰ 'ਤੇ ਆਪਾਂ ਇੱਕ ਚੀਜ਼ ਸਮਝ ਸਕਦੇ ਹਾਂ, ਜਿੱਦਾਂ ਮੈਨੂੰ ਇੱਕ ਸੰਬੰਧ ਦੇਖਣਾ ਹੈਗਾ, ਮੈਨੂੰ ਮੈਜ਼ਰ ਕਰਨਾ ਹੈਗਾ, ਤੁਲਨਾ ਕਰਨੀ ਹੈਗੀ ਕਿ ਇੱਕ ਵਿਦਿਆਰਥੀ ਕਿੰਨੇ ਘੰਟੇ ਪੜ੍ਹਦਾ ਹੈ ਤੇ ਉਹਦਾ ਪਰਫਾਰਮੈਂਸ ਕਿੱਦਾਂ ਹੁੰਦਾ ਹੈ, ਪ੍ਰਦਰਸ਼ਨ ਕਿੱਦਾਂ ਹੁੰਦਾ ਹੈ ਕਿਸੇ ਵੀ ਪਰੀਖਿਆ ਵਿੱਚ। ਤਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਇੱਕ ਸਟੂਡੈਂਟ 5 ਘੰਟੇ ਪੜ੍ਹਦਾ ਹੈ ਤਾਂ ਉਹਦਾ A ਗ੍ਰੇਡ ਆਉਂਦਾ ਹੈ ਇੱਕ ਦਿਨ ਵਿੱਚ, ਅਤੇ ਦੂਜਾ ਸਟੂਡੈਂਟ ਇੱਕ ਦਿਨ ਵਿੱਚ 3 ਘੰਟੇ ਪੜ੍ਹਦਾ ਹੈ ਤਾਂ ਉਹਦਾ ਪ੍ਰਦਰਸ਼ਨ B ਗ੍ਰੇਡ ਆਉਂਦਾ ਹੈ। ਤੇ ਜੇ ਮੈਂ ਮੈਜ਼ਰ ਕਰਦੀ ਹਾਂ, ਇਸ ਤਰ੍ਹਾਂ ਦੀ ਮੈਨੂੰ ਕੋਈ ਰਿਸਰਚ ਕਰਨੀ ਹੋਵੇ ਤਾਂ ਮੈਂ ਮੈਜ਼ਰ ਕਰਾਂਗੀ, ਤਾਂ ਐਕਸਟਰਨਲ ਵੇਰੀਏਬਲ ਕੀ ਹੁੰਦਾ, ਉਹ ਹੋ ਸਕਦਾ ਉਸ ਰਿਸਰਚ ਵਿੱਚ, ਉਸ ਸਟੱਡੀ ਵਿੱਚ ਸਟੂਡੈਂਟ ਇੰਟੈਲੀਜੈਂਸ, ਵਿਦਿਆਰਥੀ ਦੀ ਬੁੱਧੀ ਜੀ ਹੁੰਦੀ ਹੈ, ਇਹ ਐਕਸਟਰਨਲ ਵੇਰੀਏਬਲ ਹੁੰਦਾ ਹੈ। ਕਈ ਪ੍ਰਕਾਰ ਦੇ ਵਿਦਿਆਰਥੀ ਹੁੰਦੇ ਜਿਹਨੂੰ 1 ਘੰਟੇ ਵਿੱਚ ਪੜ੍ਹ ਕੇ ਵੀ ਉਹ A ਗ੍ਰੇਡ ਵਾਲੇ ਆਉਂਦੇ ਆ, ਤੇ ਦੂਜੇ ਪ੍ਰਕਾਰ ਦੇ ਵਿਦਿਆਰਥੀ ਹੁੰਦੇ, ਸਟੂਡੈਂਟ ਹੁੰਦੇ ਜੋ 5 ਘੰਟੇ ਪੜ੍ਹ ਕੇ ਵੀ C ਗ੍ਰੇਡ ਲਾਉਂਦੇ ਆ। तो इस तरह की जब आप रिसर्च करते हैं, ਆਪਾਂ मेजर करते हैं, रिलेशनशिप मेजर करते हैं, तो कई तरह के वेरीएबल जिदा आप कह सकते स्टूडेंट बुद्धि बहुत इंपॉर्टेंट है प्रदर्शन ते वर्किंग आवर्स मेजर करने के लिए। तो आप कह सकते हैं कि जे बाहरी वेरीएबल्स होंगे वो भी सानू ध्यान रखने चाहिए हैं ਜਦੋਂ भी आप कोई भी रिसर्च करते हैं, कोई भी स्टडी करते हैं। जिदा मैं ਇਹ ਆਖ ਸਕਦੀ ਆ ਦੇ ਟੈਂਪਰੇਚਰ, ਕੋਈ ਵੀ ਬੰਦਾ ਫਿਟ ਹੁੰਦਾ ਹੈ, ਅਨਫਿਟ ਹੁੰਦਾ ਹੈ, ਤੇ ਬਾਹਰੀ ਵੇਰੀਏਬਲ ਇਹਦਾ ਸਾਡੀ ਡਾਈਟ ਬਾਹਰੀ ਵੇਰੀਏਬਲ ਹੋ ਸਕਦੀ ਹੈ, ਸਾਡਾ ਸਟ੍ਰੈਸ ਬਾਹਰੀ ਵੇਰੀਏਬਲ ਹੋ ਸਕਦਾ ਹੈ, ਜੇ ਸਾਡੀ ਬੋਡੀ ਨੂੰ ਸਾਡੇ ਸਰੀਰ ਉੱਤੇ ਅਤੇ ਪ੍ਰਭਾਵ ਡਾਲ ਸਕਦਾ ਹੈ। ਇਸ ਤਰ੍ਹਾਂ ਦੇ ਹੁੰਦੇ ਬਾਹਰੀ ਵੇਰੀਏਬਲਸ। ਹੁਣ ਇੱਕ ਪ੍ਰਕਾਰ ਦਾ ਵੇਰੀਏਬਲ ਹੁੰਦਾ ਹੈ ਜੋ ਨਿਰਭਰ ਵੇਰੀਏਬਲ ਹੁੰਦਾ ਹੈ, ਡਿਪੈਂਡੈਂਟ ਵੇਰੀਏਬਲ ਹੁੰਦਾ ਹੈ ਤੇ ਨਤੀਜੇ ਉੱਤੇ ਨਿਰਭਰ ਹੁੰਦਾ ਹੈ। ਦੂਜੇ ਪ੍ਰਕਾਰ ਦਾ ਵੇਰੀਏਬਲ ਹੁੰਦਾ ਹੈ ਜੇ ਸੁਤੰਤਰ ਵੇਰੀਏਬਲ ਹੁੰਦਾ, ਇੰਡੀਪੈਂਡੈਂਟ ਵੇਰੀਏਬਲ ਨੂੰ ਆਪਾਂ ਆਖਦੇ ਹਾਂ। ਤਾਂ ਜੋ ਨਿਰਭਰ ਵੇਰੀਏਬਲ ਹੁੰਦਾ, ਡਿਪੈਂਡੈਂਟ ਵੇਰੀਏਬਲ ਹੁੰਦਾ ਹੈ, ਉਹਨੂੰ ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ ਜਿੱਦਾਂ ਸਾਡੀ ਜੇ ਖਰੀਫ ਹੈ, ਸਾਡੀ ਜੇ ਈਲਡ ਹੈ, ਉਹ ਕਿਹਦੇ ਉੱਪਰ ਡਿਪੈਂਡ ਹੈ, ਨਿਰਭਰ ਹੈ, ਤੇ ਕਿਸ ਤਰ੍ਹਾਂ ਦੀ ਰੇਨਫਾਲ ਹੋਈ ਹੈ, ਬਾਰਿਸ਼, ਮੀਂਹ ਕਿੱਦਾਂ ਪਿਆ ਹੈ, ਕਿਸ ਤਰ੍ਹਾਂ ਦਾ ਪਿਆ ਹੈ, ਕਿੰਨੀ ਕੁਆਂਟੀਟੀ ਵਿੱਚ ਪਿਆ ਹੈ। ਤਾਂ ਉਹ ਹੁੰਦਾ ਹੈ ਜੇ ਸਾਡੀ ਖਰੀਫ ਹੈ, ਜੇ ਸਾਡੀ ਈਲਡ ਹੈ, ਉਹ ਨਿਰਭਰ ਕਿਤੇ ਉੱਤੇ ਨਿਰਭਰ ਹੈ ਜੀ, ਉਹ ਮੀਂਹ ਤੇ ਉੱਤੇ ਨਿਰਭਰ ਹੈ, ਕਿੰਨੀ ਮੀਂਹ ਪਏ ਸੀ। ਤਾਂ ਇਸ ਤਰ੍ਹਾਂ ਆਪਾਂ ਸਮਝ ਸਕਦੇ ਹਾਂ। ਇੱਕ ਇੰਡੀਪੈਂਡੈਂਟ ਵੇਰੀਏਬਲ ਹੁੰਦਾ ਜਿਹਨੂੰ ਆਪਾਂ ਸੁਤੰਤਰ ਵੇਰੀਏਬਲ ਕਹਿੰਦੇ ਹਾਂ, ਜਿਹਦਾ ਰੇਨਫਾਲ ਹੈ, ਜਿਹਦਾ ਮੀਂਹ ਪੈਣ ਦੀ ਸ਼ਮਤਾ ਹੈ, ਕਿੰਨਾ ਮੀਂਹ ਪਿਆ, ਉਹ ਸੁਤੰਤਰ ਵੇਰੀਏਬਲ ਹੈ, ਉਹ ਡਿਪੈਂਡੈਂਟ ਨਹੀਂ ਹੁੰਦਾ ਕਿਸੇ ਦੇ ਵੀ ਉੱਤੇ। ਦੂਜਾ ਪ੍ਰਕਾਰ ਦਾ ਵੇਰੀਏਬਲ ਹੁੰਦਾ ਡਿਪੈਂਡੈਂਟ ਵੇਰੀਏਬਲ, ਜੋ ਨਿਰਭਰ ਹੁੰਦਾ ਹੈ। ਹੁਣ ਆਪਾਂ ਇੱਕ ਹੋਰ ਚੀਜ਼ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਟੈਕਨੀਕਲੀ ਤਕਨੀਕੀ ਜੀ ਹੁੰਦੀ ਹੈ। ਉਹ ਹੁੰਦੀ ਹੈ ਜਦੋਂ ਆਪਾਂ ਕੋਈ ਵੀ ਐਕਸਟਰਨਲ ਵੇਰੀਏਬਲ ਹੁੰਦਾ, ਬਾਹਰੀ ਵੇਰੀਏਬਲ ਹੁੰਦਾ, ਉਹ ਸਾਡੇ ਐਕਸਪੈਰੀਮੈਂਟ, ਸਾਡੇ ਪ੍ਰਯੋਗ ਉੱਤੇ
ਐਰਰ ਗਲਤੀ ਹੋ ਸਕਦੀ ਹੈ ਉਸ ਦੇ ਲਈ। ਤਾਂ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਐਕਸਟਰਨਲ ਵੇਰੀਏਬਲ ਨੂੰ ਆਪਾਂ ਕੰਟਰੋਲ ਕਰ ਪਾਏ, ਆਪਾਂ ਨਿਯੰਤਰਣ ਵਿੱਚ ਰੱਖ ਪਾਏ। ਇਸੇ ਤਰ੍ਹਾਂ ਇਹਦੇ ਉੱਤੇ ਹੀ ਦੂਜੇ ਪ੍ਰਕਾਰ ਦੇ ਵੇਰੀਏਬਲ ਹੁੰਦੇ ਜਿਹਨੂੰ ਆਪਾਂ ਆਖਦੇ ਆ ਨਿਯੰਤਰਣ ਕੰਟਰੋਲ ਕਿੱਦਾਂ ਕਰ ਸਕਦੇ ਆ। ਤਾਂ ਜਦੋਂ ਆਪਾਂ ਕਿਸੇ ਵੀ ਵੇਰੀਏਬਲ ਨੂੰ, ਕਿਸੇ ਵੀ ਲਕਸ਼ਣ ਨੂੰ ਜਦੋਂ ਆਪਾਂ ਕੰਟਰੋਲ ਕਰ ਪਾਉਂਦੇ ਆ ਤਾਂ ਉਹਨੂੰ ਕਹਿੰਦੇ ਨਿਯੰਤਰਣ। ਹੁਣ ਆਪਾਂ ਇੱਕ ਹੋਰ ਪ੍ਰਕਾਰ ਦੀ ਰਿਲੇਸ਼ਨਸ਼ਿਪ ਹੁੰਦੀ ਹੈ ਜੋ ਨਿਰਭਰ ਹੁੰਦੀ, ਜਿੱਦਾਂ ਆਪਾਂ ਹੁਣ ਡਿਸਕਸ ਕਰ ਰਿਹਾ ਸੀ ਰੇਨਫਾਲ ਅਤੇ ਈਲਡ। ਜਿੱਦਾਂ ਆਪਾਂ ਕਹਿੰਦੇ ਆ ਕਿ ਸਾਡੀ ਖਰੀਫ ਕਿਹੜੇ ਉੱਤੇ ਨਿਰਭਰ ਹੈ, ਜੇ ਕਿੰਨਾ ਮੀਂਹ ਪਿਆ ਹੈ। ਇਸ ਸਾਲ ਤੋਂ ਮੀਂਹ ਚੰਗਾ ਨਹੀਂ ਪਿਆ, ਹੁਣ ਖਰੀਫ ਚੰਗੀ ਨਹੀਂ ਹੋਊਗੀ। ਆਪਾਂ ਇਹਦਾ ਵੀ ਕਹਿ ਸਕਦੇ ਹਾਂ ਕਿ ਇਸ ਸਾਲ ਮੈਂ ਪੜ੍ਹਾਈ ਨਹੀਂ ਕੀਤੀ ਪਰੀक्षा ਲਈ ਤਾਂ ਮੇਰੇ ਨੰਬਰ ਚੰਗੇ ਨਹੀਂ ਆਉਣਗੇ। ਤੋ ਜਦੋਂ ਆਪਾਂ ਪੜ੍ਹਾਈ ਕਰਦੇ ਆ, ਜਦੋਂ ਆਪਾਂ ਐਫਰਟਸ ਡਾਲਦੇ ਆ ਤਾਂ ਸਾਡੇ ਨੰਬਰ ਆਪੋ ਚੰਗੇ ਆਉਣਗੇ। तो एक ਹੁੰਦਾ है इंडिपेंडेंट वेरिएबल ਤੇ ਦੂਜਾ ਹੁੰਦਾ है डिपेंडेंट वेरिएबल। डिपेंडेंट जो है ਇਹ निर्भर ਹੁੰਦਾ है किसी एक स्वतंत्र वेरिएबल ਉੱਤੇ। तो इस प्रकार दो ਦੂਜੇ वेरिएबल ਹੁੰਦੇ इंडिपेंडेंट वेरिएबल एंड डिपेंडेंट वेरिएबल। ਤੇ ਇੱਕ ਦੂਜੀ ਚੀਜ਼ ਵੀ ਸਾਨੂੰ ਧਿਆਨ ਰੱਖਣੀ ਚਾਹੀਦੀ ਹੈ ਤੇ ਕਿਸ ਪ੍ਰਕਾਰ ਦੀ ਤਕਨੀਕ ਆਪਾਂ ਵਿਧੀ ਯੂਜ਼ ਕਰ ਰਹੇ ਹਾਂ, ਪ੍ਰਯੋਗ ਕਰ ਰਹੇ ਹਾਂ। एक साइंटिफिक मेथड ਹੁੰਦਾ है ਜਿਹਨੂੰ ਆਪਾਂ ਕਹਿ ਸਕਦੇ ਹਾਂ ਵਿਗਿਆਨਕ मेथड। किस तरीके से ਆਪਾਂ जो साड़ी इन्वेस्टिगेशन है, साड़ी जे पड़ताल है, वो किस तरह ਆਪਾਂ हासिल करांगे, किस तरह नवा ज्ञान हासिल करांगे साड़ी रिसर्च तो, साड़ी स्टडी तो किस तरह ਆਪਾਂ ਉਹਨੂੰ एकत्रित करांगे। दो प्रकार ਦੀ ਚੀਜ਼ਾਂ ਹੋ ਸਕਦੀਆਂ ਸਾਡੀ ਰਿਸਰਚ ਉਤੇ ਕਿ ਆਪਾਂ ਨਵੀਂ ਰਿਸਰਚ, ਨਵੀਂ ਖੋਜ ਕੀਤੀ ਆ ਤੇ ਨਵਾਂ ਗਿਆਨ ਪ੍ਰਾਪਤ ਕੀਤਾ ਹੈ। ਦੂਜੀ ਇਹ ਹੋ ਸਕਦੀ ਹੈ ਪਿਛਲਾ ਕੁਝ ਗਿਆਨ ਸੀਗਾ ਸਾਡੇ ਕੋਲ, ਉਹਨੂੰ ਆਪਾਂ ਅਪਗ੍ਰੇਡ ਕੀਤਾ ਹੈ, ਉਹਨੂੰ ਹੋਰ ਚੰਗਾ, ਉਹਨੂੰ ਹੋਰ ਐਕਿਊਰੇਟ ਕੀਤਾ ਹੈ। ਤਾਂ ਉਹ ਵੀ ਪ੍ਰਕਾਰ ਦੀ ਇੱਕ ਸਟੱਡੀ ਹੋ ਸਕਦੀ ਆ। ਫਿਰ ਹੁੰਦਾ ਰਿਸਰਚ ਹਾਈਪੋਥੇਸਿਸ। ਰਿਸਰਚ ਹਾਈਪੋਥੇਸਿਸ ਕੀ ਹੁੰਦੀ ਹੈ? ਰਿਸਰਚ ਹਾਈਪੋਥੇਸਿਸ ਆਪਾਂ ਕਹਿ ਸਕਦੇ ਆ ਇੱਕ ਕਿਆਸ ਲਗਾਇਆ ਆਪਾਂ ਜਿੱਦਾਂ ਇੱਕ ਉਦਾਹਰਣ ਲੈ ਸਕਦੇ ਆ, ਜਿੱਦਾਂ ਜੋ ਬੰਦਾ ਵੀ ਐਕਸਰਸਾਈਜ਼ ਕਰਦਾ ਹੈ ਡੇਲੀ, ਉਹਦਾ weight ਜੋ ਹੈ, ਉਹਦਾ ਵਜਨ ਜੋ ਹੈ ਉਹ ਨਿਯੰਤਰਣ ਵਿੱਚ ਰਹਿੰਦਾ ਹੈ, ਉਹ ਕੰਟਰੋਲ ਰਹਿੰਦਾ ਹੈ। ਆਪਾਂ ਇਹਦਾ ਇੱਕ ਕਿਆਸ ਲਗਾਇਆ ਹੈ। ਹੁਣ ਆਪਾਂ ਰਿਸਰਚ ਕਰਾਂਗੇ ਉਹਦੇ ਉੱਤੇ, ਆਪਾਂ 100 ਬੰਦਿਆਂ ਨੂੰ ਲਾਏਂਗੇ, ਉਹ 100 ਬੰਦੇ ਜੇ ਐਕਸਰਸਾਈਜ਼ ਕਰਦੇ ਆ, ਦੂਜੇ 100 ਬੰਦੇ ਜੇ ਐਕਸਰਸਾਈਜ਼ ਨਹੀਂ ਕਰਦੇ ਆ, ਤਾਂ ਆਪਾਂ ਫਿਰ ਉਹਦੇ ਵਿੱਚ ਪ੍ਰਯੋਗ ਕਰਾਂਗੇ। ਤਾਂ ਉਹਨੂੰ ਕਹਿੰਦੇ ਆਪਾਂ ਹਾਈਪੋਥੇਸਿਸ ਨੂੰ ਟੈਸਟ ਕਰਨਾ। ਇਸ ਪ੍ਰਕਾਰ ਹੁੰਦਾ ਰਿਸਰਚ ਹਾਈਪੋਥੇਸਿਸ ਕਿ ਆਪਾਂ ਇੱਕ ਕਿਆਸ ਲਗਾਉਂਦੇ ਆ, ਫਿਰ ਉਹਦੀ ਟੈਸਟ ਕਰਦੇ ਆ ਆਪਾਂ। ਜਿਸ ਇੱਕ ਉਦਾਹਰਣ ਦੂਜਾ ਵੀ ਮੈਂ ਇਹਦੇ ਵਿੱਚ ਲਿਖਿਆ ਹੈ ਕਿ ਲਿਸਨਿੰਗ ਮਿਊਜ਼ਿਕ ਲੋਵਰਸ ਬਲੱਡ ਪ੍ਰੈਸ਼ਰ। ਇਹਦਾ ਆਪਾਂ ਕਿਆਸ ਲਗਾਇਆ ਕਿ ਜੋ ਬੰਦਾ ਵੀ ਮਿਊਜ਼ਿਕ ਸੁਣਦਾ ਹੈ, ਜੋ ਬੰਦਾ ਵੀ ਆਪਾਂ ਕਹਿ ਸਕਦੇ ਕੀਰਤਨ ਸੁਣਦਾ ਹੈ, ਉਹਦਾ ਬਲੱਡ ਪ੍ਰੈਸ਼ਰ ਜੋ ਹੈ ਉਹ ਕੰਟਰੋਲ ਵਿੱਚ ਰਹਿੰਦਾ ਹੈ, ਉਹ ਨਿਯੰਤਰਣ ਵਿੱਚ ਰਹਿੰਦਾ ਹੈ। ਇਹ ਕੀ ਹੈ? ਆਪਾਂ ਇੱਕ ਕਿਆਸ ਲਗਾਇਆ। ਹੁਣ ਆਪਾਂ ਇਹਨੂੰ ਰਿਸਰਚ ਨੂੰ ਪ੍ਰੂਵ ਕਿੱਦਾਂ ਕਰਾਂਗੇ? ਆਪਾਂ ਕੁਝ ਬੰਦਿਆਂ ਲੈਂਗੇ ਜਿੱਦਾਂ ਉਹਨੂੰ ਬਲੱਡ ਪ੍ਰੈਸ਼ਰ ਹੁੰਦਾ ਹੈ, ਫਿਰ ਆਪਾਂ ਉਹਨੂੰ ਮਿਊਜ਼ਿਕ ਸੁਣਾਵਾਂਗੇ, ਫਿਰ ਆਪਾਂ ਟੈਸਟ ਕਰਾਂਗੇ ਕਿ ਮਿਊਜ਼ਿਕ ਸੁਣਨ ਦੇ ਬਾਅਦ ਉਹਦਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਆਇਆ ਹੈ ਕਿ ਨਹੀਂ ਆਇਆ। ਇਸ ਤਰ੍ਹਾਂ ਹੁੰਦੀ ਹੈ ਹੁਣ ਇਹਨੂੰ ਕਹਿੰਦੇ ਰਿਸਰਚ ਹਾਈਪੋਥੇਸਿਸ, ਜਿਹਨੂੰ ਆਪਾਂ ਟੈਸਟ ਕਰਦੇ ਹਾਂ। ਕਿਆਸ ਲਗਾਉਂਦੇ ਆਪਾਂ, ਸਪੈਕੂਲੇਟ ਕਰਦੇ ਹਾਂ ਕਿਸੇ ਸਟੇਟਮੈਂਟ ਨੂੰ, ਉਦੋਂ ਬਾਅਦ ਆਪਾਂ ਉਹਨੂੰ ਟੈਸਟ ਕਰਦੇ ਹਾਂ। ਦੂਜੇ ਪ੍ਰਕਾਰ ਦੇ ਟੈਸਟਿੰਗ ਹੁੰਦੀ ਹੈ ਐਕਸਪੈਰੀਮੈਂਟਲ ਟੈਸਟਿੰਗ ਤੇ ਨਾਨ ਐਕਸਪੈਰੀਮੈਂਟਲ ਟੈਸਟਿੰਗ। ਉਹਨੂੰ ਆਪਾਂ ਆਖ ਸਕਦੇ ਹਾਂ ਪ੍ਰਯੋਗਾਤਮਕ ਅਤੇ ਗੈਰ ਪ੍ਰਯੋਗਾਤਮਕ। ਐਕਸਪੈਰੀਮੈਂਟਲ ਨੂੰ ਕਹਿੰਦੇ ਆ ਆਪਣੇ ਪ੍ਰਯੋਗਾਤਮਕ ਅਤੇ ਨਾਨ ਐਕਸਪੈਰੀਮੈਂਟਲ ਨੂੰ ਆਪਾਂ ਆਖਦੇ ਆ ਗੈਰ ਪ੍ਰਯੋਗਾਤਮਕ। ਹੁਣ ਜਦੋਂ ਵੀ ਆਪਾਂ ਕਿਸੇ ਰਿਸਰਚ ਨੂੰ, ਕਿਸੇ ਵੀ ਸੁਤੰਤਰ ਵੇਰੀਏਬਲ ਨੂੰ ਆਪਾਂ ਹੇਰਾਫੇਰੀ ਕਹਿ ਸਕਦੇ ਆ, ਆਪਾਂ ਮੈਨੀਪੂਲੇਟ ਕਰਦੇ ਆ ਤੇ ਫਿਰ ਆਪਾਂ ਰਿਸਰਚ ਕਰਦੇ, ਆਪਾਂ ਕੁਝ ਪਰਖ ਕਰਦੇ ਆ, ਤਾਂ ਆਪਾਂ ਕਹਿ ਸਕਦੇ ਐਕਸਪੈਰੀਮੈਂਟਲ ਵਹੀਕਲ। ਜਿੱਦਾਂ ਮੈਂ ਇੱਕ ਪ੍ਰਕਾਰ ਦੋ ਤਰੀਕੇ ਦੀ ਖੇਤਾਂ ਵਿੱਚ ਦੋ ਵੱਖ-ਵੱਖ ਤਰੀਕੇ ਦੇ ਮੈਂ ਫਰਟੀਲਾਈਜ਼ਰਸ, ਖਾਦ ਦਾ ਪ੍ਰਯੋਗ ਕੀਤਾ ਹੈ। तो ਉਹ ਕੀ ਹੋਇਆ? ਉਹ ਮੈਂ ਐਕਸਪੈਰੀਮੈਂਟ ਕੀਤਾ ਹੈ, ਪ੍ਰਯੋਗ ਕੀਤਾ ਹੈ। तो इस तरह
ਆਪਾਂ ਇੱਕ ਐਕਸਪੈਰੀਮੈਂਟਲ ਰਿਸਰਚ ਕਰ ਸਕਦੇ ਹਾਂ, ਇੱਕ ਨਾਨ ਐਕਸਪੈਰੀਮੈਂਟਲ ਰਿਸਰਚ ਕਰ ਸਕਦੇ ਹਾਂ। ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੂਜਾ ਉਦਾਹਰਣ ਦੂਜਾ ਦੇ ਸਕਦੀ ਹਾਂ, ਜਿੱਦਾਂ ਸਿਖਲਾਈ ਪ੍ਰੋਗਰਾਮ ਦੇ ਪ੍ਰਭਾਵ ਆਪਾਂ ਜਿਹਨੂੰ ਆਪਾਂ ਕਹਿੰਦੇ ਟ੍ਰੇਨਿੰਗ ਪ੍ਰੋਗਰਾਮ ਦੀ ਟੈਸਟਿੰਗ ਕਰਾਂਗੇ। ਜਿੱਦਾਂ ਮੈਂ 50 ਸਟੂਡੈਂਟ ਨੂੰ ਇੱਕ ਟ੍ਰੇਨਿੰਗ ਦਿੱਤੀ ਆ ਖਾਣ ਬਣਾਉਣ ਲਈ ਫॉर ਐਗਜ਼ਾਮਪਲ ਟ੍ਰੇਨਿੰਗ ਦਿੱਤੀ ਆ, ਦੂਜੇ 50 ਸਟੂਡੈਂਟ ਨੂੰ ਮੈਂ ਟ੍ਰੇਨਿੰਗ ਨਹੀਂ ਦਿੱਤੀ ਆ, ਤੇ ਜੇ 50 ਸਟੂਡੈਂਟ ਨੂੰ ਮੈਂ ਟ੍ਰੇਨਿੰਗ ਦਿੱਤੀ ਆ ਉਹਦੀ ਪਰਫਾਰਮੈਂਸ ਉਹਦਾ ਰਿਜ਼ਲਟ ਕੀ ਸੀਗਾ, ਤੇ ਜਿਨ੍ਹਾਂ ਨੂੰ ਮੈਂ ਟ੍ਰੇਨਿੰਗ ਨਹੀਂ ਦਿੱਤੀ ਆ, ਜਿਨ੍ਹਾਂ ਨੂੰ ਮੈਂ ਸਿਖਲਾਈ ਨਹੀਂ ਦਿੱਤੀ ਆ, ਉਹਦੀ ਟ੍ਰੇਨਿੰਗ ਉਹਦਾ ਰਿਜ਼ਲਟ ਕੀ ਹੋਊਗਾ। तो फिर ਸਾਨੂੰ ਆਪਾਂ ਮੈਜ਼ਰ ਕਰ ਸਕਦੇ ਆ ਜੇ ਮੇਰਾ ਟ੍ਰੇਨਿੰਗ ਪ੍ਰੋਗਰਾਮ ਹੈ, ਜੇ ਮੇਰੀ ਸਿਖਲਾਈ ਪ੍ਰੋਗਰਾਮ ਹੈ, ਉਹਦੀ ਇਫੈਕਟਿਵਨੈਸ ਉਹ ਕਿੰਨਾ ਅਸਰਕਾਰਕ ਸੀਗਾ, ਉਹ ਆਪਾਂ ਮੈਜ਼ਰ ਕਰ ਸਕਦੇ ਆ। ਦੂਜਾ ਆਪਾਂ ਉਦਾਹਰਣ ਇਹ ਵੀ ਲੈ ਸਕਦੇ ਹਾਂ ਕਿ ਇੱਕ ਪ੍ਰਕਾਰ ਦਾ ਆਪਾਂ ਦੋ ਨਿਆਣੇ ਨੂੰ ਲਿੱਤਾ ਤੇ ਇੱਕ ਨੂੰ ਮੈਂ ਇੰਗਲਿਸ਼ ਦੀ ਟ੍ਰੇਨਿੰਗ ਇੰਗਲਿਸ਼ ਬੋਲਣ ਲਈ ਟ੍ਰੇਨਿੰਗ ਦਿੱਤੀ ਤੇ 50 ਦੀ ਇੱਕ ਹਫ਼ਤੇ ਦਿੱਤੀ ਤੇ ਦੂਜਿਆਂ ਨੂੰ ਮੈਂ 15 ਦਿਨ ਦੀ ਦਿੱਤੀ। ਤਾਂ ਆਪਾਂ ਇਹ ਮੈਜ਼ਰ ਕਰ ਸਕਦੇ ਹਾਂ ਕਿ ਕਿਹੜੀ ਟ੍ਰੇਨਿੰਗ ਵੱਧ ਇਫੈਕਟਿਵ ਰਹੀ ਸੀਗੀ। ਕਿਸੇ ਵੀ ਪ੍ਰਕਾਰ ਦੀ ਆਪਾਂ ਟ੍ਰੇਨਿੰਗ ਦਿੰਦੇ ਆ ਜਦੋਂ, ਤਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਜਦੋਂ ਆਪਾਂ ਕਈ ਟੀ ਟੈਸਟ ਰਨ ਕਰਨਾ ਹੋਏਗਾ ਤਾਂ ਪ੍ਰੀ ਐਂਡ ਪੋਸਟ ਜਿਹਨੂੰ ਆਪਾਂ ਕਹਿੰਦੇ ਕਿ ਸਿਖਲਾਈ ਪ੍ਰੋਗਰਾਮ ਤੇ ਪਹਿਲੇ ਤੇ ਸਿਖਲਾਈ ਪ੍ਰੋਗਰਾਮ ਦੇ ਬਾਅਦ ਚ ਕੀ ਫਰਕ ਆਇਆ ਹੈ ਸਟੂਡੈਂਟਸ ਵਿੱਚ, ਵਿਦਿਆਰਥੀਆਂ ਵਿੱਚ, ਤੇ ਜੋ ਵੀ ਮੇਰਾ ਨਮੂਨਾ ਸੀਗਾ, ਜੋ ਵੀ ਮੇਰਾ ਸੈਂਪਲ ਸੀਗਾ, ਉਹਦੇ ਵਿੱਚ ਕੋਈ ਵੀ ਫਰਕ ਆਇਆ ਹੈ ਕਿ ਨਹੀਂ ਆਇਆ। ਐਕਸਪੈਰੀਮੈਂਟਲ ਗਰੁੱਪ ਜੇ ਹੁੰਦਾ ਹੈ ਉਹਨੂੰ ਆਪਾਂ ਕੰਟਰੋਲ ਗਰੁੱਪ ਵੀ ਆਖ ਸਕਦੇ ਹਾਂ, ਨਿਯੰਤਰਣ ਸਮੂਹ ਆਪਾਂ ਕਹਿ ਸਕਦੇ ਹਾਂ। ਜਿੱਦਾਂ ਹੁਣ ਆਪਾਂ ਜੇ ਵੀ ਕੋਵਿਡ